ਅਸੀਂ ਵਿਜ਼ਿਟਰ ਵੀਜ਼ੇ ਤੇ ਆਈਏ ਕਿ ਜਾਂ ਫਿਰ ਵਰਕ ਪਰਮਿਟ ਤੇ ਆਈਏ, ਦੋਵਾਂ ਵਿੱਚੋਂ ਕਿਹੜਾ ਵੀਜ਼ਾ ਆਸਾਨੀ ਨਾਲ ਮਿਲਦਾ ਹੈ ਕੈਨੇਡਾ ਦਾ? ਜੇ ਤਾਂ ਉਹਨਾਂ ਦਾ ਇਰਾਦਾ ਹੈਗਾ ਕੈਨੇਡਾ 'ਚ ਕੰਮ ਕਰਨ ਦਾ, ਕੈਨੇਡਾ ਆ ਕੇ ਕੰਮ ਕਰਨ ਦਾ, ਫਿਰ ਬਿਲਕੁਲ ਵਰਕ ਪਰਮਿਟ ਤੇ ਆਉਣਾ ਚਾਹੀਦਾ। ਕੈਨੇਡਾ ਆਉਣ ਲਈ ਇੱਕ ਅੱਧਾ ਤਰੀਕਾ ਨਹੀਂ ਹੈ, 80 ਤਰੀਕੇ ਨੇ। ਕੈਨੇਡਾ ਨੇ ਤਾਂ ਇੰਨੀ ਵਾਈਡ ਆਪਸ਼ਨਸ ਵੀ ਰੱਖੀ ਹੈ। ਵਰਕ ਪਰਮਿਟ ਕੋਈ ਇੱਕ ਤਰ੍ਹਾਂ ਦਾ ਵਰਕ ਪਰਮਿਟ ਨਹੀਂ ਹੈ ਕੈਨੇਡਾ ਕਿਸੇ ਨੇ ਦਾਖਲ ਹੋਵੇ। ਵਰਕ ਪਰਮਿਟ ਹਾਸਲ ਕਰਨ ਲਈ ਕਈ ਡਿਫਰੈਂਟ ਰਸਤੇ ਨੇ। ਬਹੁਤ ਇਹੋ ਜਿਹੇ ਵਰਕ ਪਰਮਿਟ ਹੈ ਜਿੱਥੇ ਤੁਹਾਨੂੰ LMI ਦੀ ਜ਼ਰੂਰਤ ਵੀ ਨਹੀਂ ਹੈ। ਇਸ ਤੋਂ ਇਲਾਵਾ ਕਈ ਇਹੋ ਜਿਹੇ ਵੀ ਵਰਕ ਪਰਮਿਟ ਹੈ ਜਿੱਥੇ ਨਾ ਤੁਹਾਨੂੰ ਵਰਕ ਪਰਮਿਟ ਲੈਣ ਦੀ ਜ਼ਰੂਰਤ ਹੈ, ਫਿਰ ਵੀ ਤੁਸੀਂ ਕੰਮ ਕਰ ਸਕਦੇ ਹੋ ਔਰ ਬਿਨਾਂ LMI ਤੋਂ ਕੰਮ ਕਰ ਸਕਦੇ ਹੋ। ਕੋਈ ਇੰਡੀਵਿਜੂਅਲ ਤੁਹਾਨੂੰ ਕਹਿੰਦਾ ਵੀ ਤੁਹਾਡਾ ਗੈਪ ਆ 4 ਸਾਲ ਦਾ ਤਾਂ ਤੁਹਾਡਾ ਸਟੱਡੀ ਪਰਮਿਟ ਲੱਗ ਜਾਊਗਾ, ਉਹ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲ ਜਾਊਗਾ। ਉਹ ਤਰੀਕਾ ਕਈ ਵਾਰ ਉਹ ਮਹਿੰਗਾ ਤੇ ਗਲਤ ਵੀ ਹੁੰਦਾ। ਕੋਈ ਇੰਡੀਵਿਜੂਅਲ ਕੈਮਰੇ ਤੇ ਕਿਸੇ ਨੂੰ ਲੈ ਆਉਂਦਾ ਇਹ ਦਿਖਾਉਣ ਲਈ ਵੀ ਆਹ ਦੇਖੋ 4 ਸਾਲ ਦਾ ਗੈਪ ਸੀ, 5 ਸਾਲ ਦਾ ਗੈਪ ਸੀ, ਇਹਨੂੰ ਵੀਜ਼ਾ ਲੱਗ ਗਿਆ, ਉਹ ਤਾਂ ਇੱਕ ਹੈਪੀ ਫੇਸ ਹੈ। ਪਰ ਜਿਹੜੀਆਂ ਬੈਡ ਐਪਲੀਕੇਸ਼ਨ ਇਹੀ ਜਿਹੀਆਂ ਰਿਫਿਊਜ਼ ਹੋ ਗਈਆਂ, ਉਹਨਾਂ ਦਾ ਤਾਂ ਕਦੇ ਜ਼ਿਕਰ ਵੀ ਨਹੀਂ ਆਉਂਦਾ ਹੈਗਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV। ਮੈਂ ਜੋਗਰਾਜ ਸਿੰਘ ਕਾਲੂ। ਅੱਜ ਸਾਡੇ ਨਾਲ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਨੇ। ਇਮੀਗ੍ਰੇਸ਼ਨ ਦੇ ਬਾਬਤ ਕਈ ਤਰੀਕੇ ਦੇ ਸਵਾਲ ਨੇ, ਜਿਨ੍ਹਾਂ ਚੋਂ ਹਰ ਇੱਕ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਸਵਾਲ ਦੀ ਡਿਟੇਲ ਜਾਣਕਾਰੀ ਜਾਂ ਡਿਟੇਲ ਜਵਾਬ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਦੀ ਹੈ। ਤੇ ਅੱਜ ਦਾ ਜੋ ਮੇਨ ਇਸ਼ੂ ਰਹਿਣ ਵਾਲਾ ਹੈ ਉਹ ਰਹਿਣ ਵਾਲਾ ਹੈ ਕਿ ਜਿਹੜੇ ਵੀ ਕੈਨੇਡਾ ਆਉਣਾ ਚਾਹੁੰਦੇ ਨੇ ਬਾਹਰੋਂ ਕਿਸੇ ਹੋਰ ਕੰਟਰੀਆਂ ਤੋਂ, ਉਹਨਾਂ ਦਾ ਇੱਕ ਬੜਾ ਕਾਮਨ ਜਿਹਾ ਸਵਾਲ ਆ। ਸਪੋਜ਼ ਕਰ ਲਓ ਜੇ ਕਿਸੇ ਦੀ ਪ੍ਰੋਫਾਈਲ ਲਗਭਗ ਜਦੋਂ ਇੱਕ ਏਜ ਵਰਗ ਦੀ ਹੋ ਜਾਂਦੀ, ਜਿਹੜੇ ਸਟੱਡੀ ਵੀਜ਼ਿਆਂ ਤੋਂ ਬਾਹਰ ਹੋ ਜਾਂਦੇ ਨੇ, ਕਿ ਬਈ ਅਸੀਂ ਵਿਜ਼ਿਟਰ ਵੀਜ਼ੇ ਤੇ ਆਈਏ ਕਿ ਜਾਂ ਫਿਰ ਵਰਕ ਪਰਮਿਟ ਤੇ ਆਈਏ, ਦੋਵਾਂ ਵਿੱਚੋਂ ਕਿਹੜਾ ਵੀਜ਼ਾ ਆਸਾਨੀ ਨਾਲ ਮਿਲਦਾ ਹੈ ਕੈਨੇਡਾ ਦਾ। ਸੋ ਇਹਦਾ ਹੁਣ ਸਾਡੇ ਕੋਲੋਂ ਤਾਂ ਐਸ ਸੱਚ ਕੋਈ ਜਵਾਬ ਨਹੀਂ, ਪਰ ਜਿਨ੍ਹਾਂ ਕੋਲੋਂ ਜਵਾਬ ਮਿਲਣਾ ਆ ਅਸੀਂ ਉਹਨਾਂ ਕੋਲੋਂ ਲੈ ਕੇ ਤੁਹਾਨੂੰ ਜ਼ਰੂਰ ਦਿੰਦੇ ਹਾਂ। ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਬਾਈ ਜੀ। ਬਾਈ ਜੀ, ਕੀ ਜਵਾਬ ਹੋਏਗਾ ਮੇਰੇ ਸਵਾਲ ਦਾ? ਜੀ ਮੈਂ ਸਵਾਲ ਤੇ ਫਿਰ ਹੁਣ ਰਿਪੀਟ ਨਹੀਂ ਕਰਨਾ, ਪਰ ਤੁਹਾਡੇ ਮੁਤਾਬਿਕ ਜਦੋਂ ਕੋਈ ਇਦਾਂ ਦਾ ਸਵਾਲ ਤੁਹਾਨੂੰ ਆਉਂਦਾ ਹੈ ਜੀ, ਤੁਸੀਂ ਉਹਦਾ ਕਿਸ ਤਰੀਕੇ ਨਾਲ ਜਵਾਬ ਦਿੰਦੇ ਹੋ ਜਾਂ ਕਿੱਦਾਂ ਹੈਂਡਲ ਕਰਦੇ ਹੋ? ਸਭ ਤੋਂ ਪਹਿਲਾਂ ਦੋਨੇ ਵੀਜ਼ਾਸ ਦੀਆਂ ਜਿਹੜੀਆਂ ਪ੍ਰੀ ਰਿਕੁਇਜ਼ਿਟ ਹੈ, ਪ੍ਰਾਇਮਰੀ ਪ੍ਰੀ ਰਿਕੁਇਜ਼ਿਟ ਹੈ, ਉਹ ਹੈਗਾ ਵੀ ਇੰਡੀਵਿਜੂਅਲ ਦਾ ਇਰਾਦਾ ਕੀ ਹੈ। ਜੇ ਤਾਂ ਉਹਨਾਂ ਦਾ ਇਰਾਦਾ ਹੈਗਾ ਕੈਨੇਡਾ 'ਚ ਕੰਮ ਕਰਨ ਦਾ, ਕੈਨੇਡਾ ਆ ਕੇ ਕੰਮ ਕਰਨ ਦਾ, ਫਿਰ ਬਿਲਕੁਲ ਵਰਕ ਪਰਮਿਟ ਤੇ ਆਉਣਾ ਚਾਹੀਦਾ। ਜੇ ਉਹਨਾਂ ਦਾ ਇਰਾਦਾ ਹੈਗਾ ਵੀ ਮੈਂ ਕੈਨੇਡਾ ਸਿਰਫ ਵਿਜ਼ਿਟ ਕਰਨ ਚੱਲਿਆ, ਨਾ ਵਿਜ਼ਿਟ ਕਰਨ ਦੇ ਵੀ ਕਈ ਤਰੀਕੇ ਨੇ, ਵੀ ਤੁਸੀਂ ਐਜ਼ ਅ ਬਿਜ਼ਨਸ ਵਿਜ਼ਿਟਰ ਹੋ ਜਾਂ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਕਿਸੇ ਆਫਟਰ ਸੇਲ ਸਰਵਿਸ ਹੈ, ਜਿਹੜੇ ਸੈਕਸ਼ਨ 186 ਦੇ ਥੱਲੇ ਆ ਜਾਂਦੇ ਨੇ, ਉਹਨਾਂ ਨੂੰ ਵੀ ਵਿਜ਼ਿਟਰ ਵੀਜ਼ਾ ਹੀ ਮਿਲਦਾ, ਪਰ ਉਹ ਇੱਥੇ ਆ ਕੇ ਕੰਮ ਕਰ ਸਕਦੇ ਨੇ। ਜਿਵੇਂ ਆਫਟਰ ਸੇਲ ਸਰਵਿਸ ਹੋ ਗਈ ਫॉर ਐਗਜ਼ਾਮਪਲ ਫॉर ਸਰਟਨ ਪ੍ਰੋਜੈਕਟ ਦੇ ਲਈ। ਇਸ ਤੋਂ ਇਲਾਵਾ ਕਈ ਵਿਜ਼ਿਟਰਸ ਜਿਹੜੇ ਉਹ ਫੈਮਿਲੀ ਰੀਜ਼ਨਸ ਕਰਕੇ ਆਉਂਦੇ ਨੇ, ਜਿਨ੍ਹਾਂ ਦੇ ਕਲੋਜ਼ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਰਹਿੰਦੇ ਨੇ। ਇਸੇ ਤਰ੍ਹਾਂ ਸਪਾਊਸਸ ਨੇ, ਜੇ ਕੈਨੇਡਾ 'ਚ ਵਿਆਹ ਹੋ ਜਾਂਦਾ ਤੁਹਾਡਾ ਕਿਸੇ ਕੈਨੇਡੀਅਨ ਸਿਟੀਜ਼ਨ ਨਾਲ ਜਾਂ ਪਰਮਨੈਂਟ ਰੈਜ਼ੀਡੈਂਟ ਨਾਲ, ਉਹਨਾਂ ਦੇ ਸਪਾਊਸਸ ਨੂੰ ਵੀ ਅਲਾਉ ਕਰਤਾ ਵੀ ਕੈਨੇਡਾ ਦਾਖਲ ਹੋ ਸਕਦੇ ਨੇ, ਪਰਮਿਟ ਲੈ ਸਕਦੇ ਨੇ। ਸੋ ਸਭ ਤੋਂ ਪਹਿਲਾ ਜ਼ਰੂਰੀ ਸਵਾਲ ਹੁੰਦਾ ਵੀ ਇੰਡੀਵਿਜੂਅਲ ਕੈਨੇਡਾ ਕਰਨ ਕੀ ਆ ਰਿਹਾ ਹੈ, ਫਿਰ ਉਸ ਨੇਚਰ ਦੀ ਐਪਲੀਕੇਸ਼ਨ ਫਾਈਲ ਹੁੰਦੀ ਹੈ। ਕਿਉਂਕਿ ਜੇ ਤੁਸੀਂ ਕੰਸੀਲ ਕਰ ਲਓ ਇਹ ਇਨਫੋਰਮੇਸ਼ਨ ਔਰ ਬਾਅਦ ਦੇ ਵਿੱਚ ਆਫਿਸ ਨੂੰ ਪਤਾ ਲੱਗ ਜੇ ਵੀ ਤੁਹਾਡਾ ਇੰਟੈਂਟ ਜਿਹੜਾ ਸੀ ਵੀ ਤੁਸੀਂ ਵਿਜ਼ਿਟਰ ਇੱਕ ਪ੍ਰੋਸੈਸ ਯੂਜ਼ ਕੀਤਾ, ਪਰ ਤੁਸੀਂ ਐਕਚੁਅਲ 'ਚ ਵਰਕ ਪਰਮਿਟ ਲੈਣਾ ਚਾਹੁੰਦੇ ਸੀ, ਤਾਂ ਤੁਹਾਨੂੰ ਕੈਨੇਡਾ 'ਚੋਂ ਰਿਮੂਵਲ ਆਰਡਰ ਦਿੱਤਾ ਜਾਂਦਾ। ਪਰ ਇਮੀਗ੍ਰੇਸ਼ਨ ਦਾ ਹੀ ਇੱਕ ਸਿਸਟਮ ਜੀ ਉਹਨੂੰ ਵਿਜ਼ਿਟਰ ਵੀਜ਼ੇ ਵਾਲੇ ਨੂੰ ਵਰਕ ਪਰਮਿਟ 'ਚ ਤਬਦੀਲ ਕਰਨ ਦੀ ਅੱਗੇ ਵੀ ਦਿੰਦਾ। ਯੈਸ, ਪਰ ਉਹ ਇਰਾਦਾ ਤੁਹਾਡਾ ਬਣਨਾ ਚਾਹੀਦਾ ਜੇ ਕੈਨੇਡਾ ਆਉਣ ਤੋਂ ਬਾਅਦ ਇਰਾਦਾ ਬਦਲਿਆ। ਅੱਛਾ, ਜੇ ਤੁਹਾਡਾ ਇਰਾਦਾ ਇਹ ਲੱਗਦਾ, ਜਿਵੇਂ ਫਰਜ਼ ਕੀਤਾ ਕੋਈ ਇੰਡੀਵਿਜੂਅਲ ਕੈਨੇਡਾ 'ਚ ਵਿਜ਼ਿਟਰ ਆ ਰਿਹਾ ਹੈ ਔਰ ਲਗੇਜ ਦੇ ਵਿੱਚ ਉਹਨੇ ਆਪਣਾ ਸਾਰੇ ਸਰਟੀਫਿਕੇਟ, ਸਾਰੇ ਐਕਸਪੀਰੀਅੰਸ ਲੈਟਰ, ਸਾਰਾ ਕੁਝ ਰੱਖਿਆ ਹੋਇਆ, ਜਿਹੜਾ ਕਿ ਵਿਜ਼ਿਟਰ ਨੂੰ ਰਿਕੁਆਇਰਡ ਨਹੀਂ ਹੁੰਦਾ ਇਹ ਕੈਨੇਡਾ 'ਚ ਡਾਕੂਮੈਂਟ, ਰੈਜ਼ੂਮੇ ਵੀ ਰੱਖਿਆ ਉਹਨਾਂ ਨੇ। ਸੋ ਕੁਐਸਚਨ ਕਰਦੇ ਨੇ ਵੀ ਤੁਸੀਂ ਇਹ ਜਿਹੜੀ ਡਾਕੂਮੈਂਟਸ ਨੇ ਕਿਉਂ ਲੈ ਕੇ ਚੱਲੇ ਹੋ ਨਾ। ਇਸ ਤੋਂ ਬਾਅਦ ਗੱਲ ਉੱਥੇ ਤੱਕ ਨਹੀਂ ਰੁਕਦੀ ਹੈਗੀ। ਸੈੱਲਫੋਨ ਇਲੈਕਟ੍ਰੋਨਿਕ ਹੋ ਗਿਆ, ਲੈਪਟਾਪ ਹੋ ਗਿਆ, ਉਹਨਾਂ ਦੇ ਸਰਕਾਰ ਪਾਸਵਰਡ ਮੰਗਦੀ ਹੈ। ਉਹ ਪਾਸਵਰਡ ਬਿਲਕੁਲ ਨਹੀਂ ਦੇਣੇ ਹੁੰਦੇ, ਪਰ ਜੇ ਤੁਸੀਂ ਪਾਸਵਰਡ ਦੇਤੇ ਹੈ ਤਾਂ ਉਹਨਾਂ ਕੋਲ ਐਕਸੈਸ ਮਿਲ ਗਿਆ, ਤਾਂ ਫਿਰ ਬਿਲਕੁਲ ਤੁਹਾਨੂੰ ਦਿੱਕਤ ਆ ਸਕਦੀ ਹੈ। ਇਹ ਸਾਰੀਆਂ ਚੀਜ਼ਾਂ ਦੇ ਆਰਾਮ ਨਾਲ ਲੁਕਾਈਆਂ ਜਾ ਸਕਦੀਆਂ। ਸਿਸਟਮ ਦਾ ਲੂਪ ਹੋਲ ਜੇ ਨਹੀਂ ਲੱਗਦਾ ਨਹੀਂ ਸਿਸਟਮ 'ਚ। ਜੇ ਆਫਕੋਰਸ ਜਿਹੜੀ ਚੀਜ਼ ਜੇ ਇਨਫੋਰਮੇਸ਼ਨ ਤੁਸੀਂ ਕੰਸੀਲ ਕਰਦੇ ਹੋ, ਉਹ ਫਿਰ ਸਿੱਧਾ ਮਿਸਰਿਪ੍ਰੈਜ਼ੈਂਟੇਸ਼ਨ ਨੂੰ ਲੀਡ ਕਰਦੀ ਹੈ। ਮੈਂ ਇਹ ਨਹੀਂ ਕਹੂੰਗਾ ਵੀ ਉਹ ਇਨਫੋਰਮੇਸ਼ਨ ਲੁਕਾਉਣੀ ਚਾਹੀਦੀ ਹੈ। ਪਹਿਲਾਂ ਤੋਂ ਹੀ ਆਪਣੇ ਆਪ ਨੂੰ ਡਿਕਲੇਅਰ ਸਹੀ ਕਰੋ,
ਫਿਰ ਕੋਈ ਪ੍ਰੋਬਲਮ ਨਹੀਂ ਹੈ। ਅੱਛਾ, ਫਿਰ ਕੋਈ ਗੱਲ ਬਿਲਕੁਲ। ਅੱਛਾ, ਹੁਣ ਜਦੋਂ ਇਦਾਂ ਦੀ ਸਿਚੁਏਸ਼ਨ ਪੈਦਾ ਹੁੰਦੀ ਹੈ ਕਿ ਉਹ ਕਿਸੇ ਕੋਲ ਨਹੀਂ ਬਹੁਤੀ ਪੜ੍ਹਾਈ ਲਿਖਾਈ ਹੈਗੀ ਜਾਂ ਇੱਕ ਉਮਰ ਦੇ ਉਸ ਕਲੋਜ਼ ਟੂ 30s ਵੀ ਹੈਗਾ ਹੈ ਜਾਂ ਅਰਲੀ 30s ਦੇ ਵਿੱਚ ਆ, ਉਦੋਂ ਫਿਰ ਉਹ ਸਟੱਡੀ ਵੀਜ਼ੇ ਦੇ ਵਾਲੇ ਦੌਰ ਚੋਂ ਨਿਕਲ ਚੁੱਕਾ ਹੁੰਦਾ ਆ ਕਿ ਇਹਦੀ ਆਇਲਸ ਵੀ ਨਹੀਂ ਹੈਗੀ ਜਾਂ ਕਰ ਹੀ ਨਹੀਂ ਸਕਦਾ, ਉਦੋਂ ਫਿਰ ਤੁਸੀਂ ਕਿਸ ਤਰੀਕੇ ਨਾਲ ਉਹ ਬੰਦੇ ਤੇ ਛਾਨਣਾ ਲਾਉਂਦੇ ਹੋ ਵੀ ਇਹ ਹੁਣ ਵਿਜ਼ਿਟਰ ਵਾਲੀ ਕੈਟਾਗਰੀ 'ਚ ਫਿੱਟ ਬੈਠੇਗਾ ਕਿ ਵਰਕ ਵਾਲੀ ਕੈਟਾਗਰੀ 'ਚ? ਐਡਵਾਈਸ ਕੀ ਉਦੋਂ ਹੁੰਦੀ ਹੈ? ਬਾਈ ਜੀ ਦੇਖੋ, ਕੈਨੇਡਾ ਆਉਣ ਲਈ ਇੱਕ ਅੱਧਾ ਤਰੀਕਾ ਨਹੀਂ ਹੈ, 80 ਤਰੀਕੇ ਨੇ। ਹੁਣ ਇੰਡੀਆ 'ਚ ਕੀ ਹੋ ਰਿਹਾ, ਜਿਹੜੇ ਸਟੱਡੀ ਪਰਮਿਟ ਜ਼ਿਆਦਾ ਸਪੈਸ਼ਲਾਈਜ਼ ਕਰਦੇ ਨੇ ਉਹ ਇਹ ਵੀ ਪ੍ਰਮੋਟ ਕਰਦੇ ਨੇ ਵੀ ਤੁਹਾਡੀ ਪੜ੍ਹਾਈ ਦਾ ਗੈਪ 5 ਸਾਲ ਹੈ, ਜਾਂ ਅਸੀਂ ਕਿਸੇ ਇੰਡੀਵਿਜੂਅਲ ਨੂੰ ਵੀਜ਼ਾ ਦਵਾਤਾ ਜਿਹਦਾ ਗੈਪ 5 ਸਾਲ ਸੀ, ਰਾਈਟ। ਕੈਨੇਡਾ ਉਹ ਇੰਡੀਵਿਜੂਅਲ ਨੂੰ ਸਟੱਡੀ ਵੀਜ਼ਾ ਲੱਗ ਗਿਆ ਉਹਨੂੰ। ਇਸ ਕਰਕੇ ਇੱਕ ਸੈੱਟ ਪੈਟਰਨ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਸਿਰਫ ਇੱਕ ਸਟੱਡੀ ਵੀਜ਼ਾ ਹੀ ਇੱਕ ਤਰੀਕਾ ਕੈਨੇਡਾ ਆਉਣ ਦਾ। ਤੁਹਾਡੇ ਕੋਲ 80 ਹੋਰ ਆਪਸ਼ਨਸ ਨੇ, ਹੋ ਸਕਦਾ ਤੁਹਾਨੂੰ ਹੋਰ ਬੈਟਰ ਆਪਸ਼ਨਸ ਮਿਲ ਜਾਣ ਜਿਹਦੇ ਰਾਹੀਂ ਤੁਸੀਂ ਇਧਰ ਕੈਨੇਡਾ 'ਚ ਸਿੱਧਾ ਵਰਕ ਪਰਮਿਟ ਹਾਸਲ ਕਰੋ, ਔਰ ਇਸ ਤੋਂ ਬਾਅਦ ਜਾਂ ਤੁਹਾਡੇ ਸਪਾਊਸ ਨਾਲ ਆ ਸਕਦੇ ਨੇ, ਤੁਹਾਡੇ ਬੱਚੇ ਵੀ ਨਾਲ ਤੁਹਾਡੇ ਆ ਸਕਦੇ ਨੇ। ਈਵਨ ਤੁਸੀਂ ਜਿਹੜਾ ਲੋ ਸਕੇਲ ਦਾ ਕੋਈ ਵਰਕ ਕਰਦੇ ਹੋ, ਟੀਅਰ 4 ਜਾਂ 5 ਦਾ ਵੀ ਤੁਸੀਂ ਕਰਦੇ ਹੋ, ਫਿਰ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਕੋਈ ਇੰਡੀਵਿਜੂਅਲ ਤੁਹਾਨੂੰ ਕਹਿੰਦਾ ਵੀ ਤੁਹਾਡਾ ਗੈਪ 4 ਸਾਲ ਦਾ ਤਾਂ ਤੁਹਾਡਾ ਸਟੱਡੀ ਪਰਮਿਟ ਲੱਗ ਜਾਊਗਾ, ਉਹ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲ ਜਾਊਗਾ, ਉਹ ਤਰੀਕਾ ਕਈ ਵਾਰ ਉਹ ਮਹਿੰਗਾ ਤੇ ਗਲਤ ਵੀ ਹੁੰਦਾ ਕਿਉਂਕਿ ਤੁਹਾਡਾ ਐਕਚੁਅਲ ਇੰਟੈਂਟ ਕੁਝ ਹੋਰ ਹੈ, ਤੁਹਾਡਾ ਸਟੱਡੀ ਇੰਟੈਂਟ ਨਹੀਂ ਹੈਗਾ। ਔਰ ਪਲੱਸ ਇਸੇ ਕਰਕੇ ਜਿਹੜਾ ਰਿਫਿਊਜ਼ਲ ਰੇਟ ਆ ਉਹਨਾਂ ਕੇਸਿਸ ਦਾ ਬਹੁਤ ਹਾਈ ਹੁੰਦਾ। ਤੁਹਾਨੂੰ ਜਿਹੜੇ ਵਿਜ਼ੀਬਲ ਸਟੋਰੀਜ਼ ਮਿਲਦੀਆਂ ਨੇ, ਕੋਈ ਇੰਡੀਵਿਜੂਅਲ ਕੈਮਰੇ ਤੇ ਕਿਸੇ ਨੂੰ ਲੈ ਆਉਂਦਾ ਇਹ ਦਿਖਾਉਣ ਲਈ ਵੀ ਆਹ ਦੇਖੋ 4 ਸਾਲ ਦਾ ਗੈਪ ਸੀ, 5 ਸਾਲ ਦਾ ਗੈਪ ਸੀ, ਇਹਨੂੰ ਵੀਜ਼ਾ ਲੱਗ ਗਿਆ, ਉਹ ਤਾਂ ਇੱਕ ਹੈਪੀ ਫੇਸ ਹੈ। ਪਰ ਜਿਹੜੀਆਂ ਬੈਡ ਐਪਲੀਕੇਸ਼ਨ ਇਹੀ ਜਿਹੀਆਂ ਰਿਫਿਊਜ਼ ਹੋ ਗਈਆਂ ਉਹਨਾਂ ਦਾ ਤਾਂ ਕਦੇ ਜ਼ਿਕਰ ਵੀ ਨਹੀਂ ਆਉਂਦਾ ਹੈਗਾ ਵੀ ਕਿੰਨੀਆਂ ਐਪਲੀਕੇਸ਼ਨ ਰਿਫਿਊਜ਼ ਹੋ ਗਈਆਂ। ਬਿਲਕੁਲ, ਜਿਹੜਾ ਲੱਗਦਾ ਹੈ ਉਹ ਤੇ ਮੇਰੇ ਖਿਆਲ 10,000 ਪਿੱਛੇ ਇੱਕ ਦਾ ਸ਼ਾਇਦ ਲੱਗਦਾ ਹੈ, ਸ਼ਾਇਦ ਲੱਖ ਪਿੱਛੇ ਇੱਕ ਦਾ ਲੱਗਦਾ ਹੋਏ, ਉਹਦੀ ਪ੍ਰੋਬੇਬਿਲਿਟੀ ਇੰਨੀ ਥੋੜੀ ਹੁੰਦੀ ਹੈ ਨਾ। ਐਗਜ਼ੈਕਟਲੀ। ਸੋ ਇਸੇ ਕਰਕੇ ਬਹੁਤ ਜ਼ਰੂਰੀ ਹੁੰਦਾ ਜਿਹੜੀ ਫੇਅਰ ਅਸੈਸਮੈਂਟ ਕਲਾਇੰਟ ਦੀ ਕਰਨੀ। ਸਾਡੇ ਕੋਲ ਐਡਵਾਂਟੇਜ ਸਭ ਤੋਂ ਬੜਾ ਇਹੀ ਹੈ ਵੀ ਅਸੀਂ ਲਾਇਸੈਂਸਡ ਹਾਂ, ਸਾਡਾ ਐਕਸਪੀਰੀਅੰਸ ਹੁਣ 2005 ਤੋਂ 6 ਤੋਂ ਅਸੀਂ ਸਰਵਿਸ ਦੇ ਰਹੇ ਹਾਂ ਕਮਿਊਨਿਟੀ ਦੇ ਵਿੱਚ। ਔਰ ਜਿਹੜੀ ਕਿਹੜੇ ਤਰੀਕੇ ਨਾਲ ਇੰਡੀਵਿਜੂਅਲ ਦੀ ਇੰਟੈਂਟ ਕੀ ਬਣਦੀ ਹੈ, ਕਿਸ ਤਰ੍ਹਾਂ ਉਹ ਕੈਨੇਡਾ ਦਾਖਲ ਹੋ ਸਕਦਾ, ਔਰ ਖਾਸ ਕਰਕੇ ਜਿਹੜਾ ਮਿਸਰੈਪ ਹੈ ਉਹ ਤਾਂ ਨਹੀਂ ਕਲਾਇੰਟ ਕਰ ਰਿਹਾ ਕਿਸੇ ਵਜ੍ਹਾ ਕਰਕੇ, ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਵੱਲੋਂ ਉਹਨਾਂ ਨੂੰ ਐਡਵਾਈਸ ਕੀਤੀ ਜਾਂਦੀ ਹੈ ਵੀ ਇਹ ਤੁਹਾਨੂੰ ਗਲਤ ਡਾਇਰੈਕਸ਼ਨ 'ਚ ਜਾਊਗਾ ਤੁਹਾਡਾ ਕੇਸ, ਤੇ ਫਿਊਚਰ ਤੁਹਾਨੂੰ ਪ੍ਰੋਬਲਮ ਆ। ਅੱਛਾ, ਹੁਣ ਜੀ ਆਪਾਂ ਆ ਦੋਵੇਂ ਵਿਜ਼ਟਰ ਵੀਜ਼ਾ ਤੇ ਵਰਕ ਵੀਜ਼ੇ ਦੀਆਂ ਥੋੜ੍ਹੀਆਂ ਅੱਗੇ ਫਰਦਰ ਡਿਟੇਲਸ 'ਚ ਜਾਣਾ ਹੋਏ, ਕਿਹੜਾ ਕੈਟੇਗਰੀ ਦੇ ਵਿੱਚ ਦੋਵਾਂ 'ਚੋਂ ਆਫਟਰ ਫਾਈਲਿੰਗ ਟਾਈਮ ਕਿਹਦੇ ਵਿੱਚੋਂ ਜ਼ਿਆਦਾ ਲੱਗਦਾ ਆ, ਜਾਂ ਫਿਰ ਪੇਪਰ ਵਰਕ ਕਿਹਦੇ ਵਿੱਚ ਜ਼ਿਆਦਾ, ਜਿਹੜਾ ਕਿਸ ਢੰਗ ਤਰੀਕੇ ਨਾਲ ਚਾਹੀਦਾ? ਨੋ ਡਾਊਟ ਵਰਕ ਪਰਮਿਟ ਦੀ ਇੱਕ ਜੌਬ ਆਫਰ ਵੀ ਚਾਹੀਦੀ ਹੈ, LMA ਚਾਹੀਦੀ ਹੋਊਗੀ ਜਾਂ ਕਿਸੇ ਢੰਗ ਤਰੀਕੇ ਨਾਲ। ਸੋ ਉਹ ਕਈ ਵਾਰੀ ਜਿਹੜੇ ਅੱਜ ਛੋਟੀ ਫੈਮਲੀਜ਼ ਦੇ ਵਿੱਚ ਨੇ ਜਿਨ੍ਹਾਂ ਦਾ ਬੱਚਾ ਛੋਟਾ ਆ, ਉਹ ਜੇ ਕਨਫਿਊਜ਼ਡ ਜੇ ਵੀ ਰਹਿੰਦੇ ਆ ਕਿ ਬਈ ਸਾਨੂੰ ਵਿਜ਼ਟਰ ਇੱਕ ਵਾਰੀ ਸਿੱਧਾ ਅਪਲਾਈ, ਕਈ ਗੱਲ ਚੱਲਦੀ ਆਮ, ਕਿਉਂਕਿ ਮੈਂ ਸਧਾਰਨ ਜਿਹੜੇ ਪ੍ਰੈਕਟੀਕਲ ਐਕਸਪੀਰੀਅੰਸਿਸ ਤੋਂ ਗੱਲਾਂ ਮੈਂ ਉਹ ਨਾਲ ਚਾਹੁੰਦਾ ਵੀ ਯਾਰ ਵਰਕ ਪਰਮਿਟ ਦੇ ਵਿੱਚ ਜੌਬ ਆਫਰ ਲੱਗਣੀ ਹੈ, ਇੱਕ ਵਾਰੀ ਵਿਜ਼ਟਰ ਲਾ ਕੇ ਟਰਾਈ ਕਰਕੇ ਦੇਖ ਲਈਏ, ਜੇ ਸਿੱਧੀ ਬਣ ਗਈ ਗੱਲ ਤੇ ਠੀਕ ਆ। ਕਿਉਂਕਿ ਅੱਜ ਕੱਲ੍ਹ ਕੀ ਚੱਲਦਾ ਪਿਆ ਵੀ ਸਿਰਫ 20,000 ਰੁਪਈਏ ਦੇ ਵਿੱਚ ਤੁਹਾਨੂੰ ਵਿਜ਼ਟਰ ਵੀਜ਼ਾ ਮਿਲੇਗਾ ਜੀ, ਇੰਨੇ ਪੈਸਿਆਂ ਦੇ ਵਿੱਚ ਕੈਨੇਡਾ ਦਾ ਵੀਜ਼ਾ। ਉਸ ਚੱਕਰ ਦੇ ਵਿੱਚ ਬੜੇ ਲੋਕ ਆ ਰਹੇ ਨੇ, ਜਿਹੜੀਆਂ ਵੀਡੀਓਜ਼ 10-10 20-20 ਸੈਕਿੰਡ ਦੀਆਂ ਚੱਲਦੀਆਂ ਨੇ, ਉਹ ਤੋਂ ਕਿੱਦਾਂ ਬਚਿਆ ਜਾਏ? ਦੇਖੋ, ਸਰਕਾਰ ਦਾ ਇੰਟੈਂਟ ਵੀ ਹੈਗਾ ਵੀ ਵਿਜ਼ਿਟਰਸ ਨੂੰ ਵੱਧ ਤੋਂ ਵੱਧ ਲਿਆਂਦਾ ਜਾਵੇ ਕੈਨੇਡਾ। ਉਹ ਇਰਾਦਾ ਇਸ ਲਈ ਹੈ ਬਿਕੋਜ਼ ਸਰਕਾਰ ਕੈਨੇਡੀਅਨ ਇੰਟਰਸਟ ਲਈ ਕੰਮ ਕਰਦੀ ਹੈ। ਤੋ ਕੈਨੇਡਾ ਦਾ ਇੰਟਰਸਟ ਉਹ ਹੈਗਾ ਵੀ ਜੇ ਵਿਜ਼ਿਟਰਸ ਜਿਹੜੇ ਕੁਆਲੀਫਾਈਡ ਵਿਜ਼ਿਟਰਸ ਨੇ ਕੈਨੇਡਾ ਦਾਖਲ ਹੋਣਗੇ ਤਾਂ ਉਹ ਕੈਨੇਡਾ 'ਚ ਇੰਪਲੋਇਮੈਂਟ ਤੇ ਇਨਵੈਸਟਮੈਂਟ ਓਪਰਚੁਨਿਟੀਜ਼ ਦੇਖਣਗੇ। ਠੀਕ ਹੈ ਨਾ, ਇਹ 'ਚ ਕੋਈ ਗਲਤ ਇਰਾਦਾ ਨਹੀਂ ਹੈ ਜੇ ਕਿਸੇ ਇਨਵੈਸਟਰ ਨੇ ਪਹਿਲਾਂ ਕੈਨੇਡਾ ਆ ਕੇ ਵਿਜ਼ਿਟ ਕਰਨਾ, ਪਰ ਉਹ ਡਿਕਲੇਅਰ ਕਰੇ ਉਹ ਚੀਜ਼। ਨਾ ਜਿਹੜਾ ਤੁਸੀਂ ਪ੍ਰੋਸੈਸਿੰਗ ਟਾਈਮ ਦੀ ਗੱਲ ਕਰਦੇ ਹੋ, ਯੈਸ ਵਿਜ਼ਿਟਰ ਵੀਜ਼ਾ ਫਾਸਟ ਹੈ, ਪਰ ਕੀ ਇਹ ਮੋਰ ਅਪਰੋਪਰੀਏਟ ਵੀਜ਼ਾ ਤੁਹਾਡੇ ਲਈ? ਇਹ ਡਿਪੈਂਡ ਕਰਦਾ ਜੇ ਤੁਸੀਂ ਕੈਨੇਡਾ 'ਚ ਅਲਟੀਮੇਟਲੀ ਆ ਕੇ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਉਹ ਬਿਲਕੁਲ ਜਿਹੜੀ ਜੌਬ ਹੰਟਿੰਗ ਹੈ ਤੁਸੀਂ ਬਾਹਰ ਤੋਂ ਰੱਖੋ, ਬਜਾਏ ਤੁਸੀਂ ਕੈਨੇਡਾ ਵਿਜ਼ਿਟਰ ਆਓ ਇੱਥੋਂ ਫਿਰ ਉਹ ਤੁਸੀਂ ਜੌਬ ਹੰਟਿੰਗ ਸਟਾਰਟ ਕਰੋ। ਔਰ ਤੁਸੀਂ ਐਪਲੀਕੇਸ਼ਨ 'ਚ ਕੁਝ ਹੋਰ ਦੱਸਿਆ ਹੋਇਆ, ਉਹ ਸੌਖੀ ਜੌਬ ਹੰਟਿੰਗ ਪਿੱਛੋਂ ਕਰਨੀ ਹੈ ਕਿ ਜਾਂ ਕੈਨੇਡਾ ਆ ਕੇ ਕਰਨੀ ਸੌਖੀ ਹੈ? ਦੋਨੇ ਆਪਸ਼ਨਸ ਅਵੇਲੇਬਲ ਹੁੰਦੀਆਂ ਨੇ। ਦੇਖੋ, ਜਿਹੜੀ ਕੈਨੇਡਾ ਨੇ ਤਾਂ ਇੰਨੀ ਵਾਈਡ ਆਪਸ਼ਨਸ ਵੀ ਰੱਖੀ ਹੈ। ਵਰਕ ਪਰਮਿਟ ਕੋਈ ਇੱਕ ਤਰ੍ਹਾਂ ਦਾ ਵਰਕ ਪਰਮਿਟ ਨਹੀਂ ਹੈ ਕੈਨੇਡਾ ਕਿਸੇ ਨੇ ਦਾਖਲ ਹੋਵੇ। ਵਰਕ ਪਰਮਿਟ ਹਾਸਲ ਕਰਨ ਲਈ ਕਈ ਡਿਫਰੈਂਟ ਰਸਤੇ ਨੇ। ਸੋ ਕਈਆਂ 'ਚ ਤੁਹਾਨੂੰ LMI ਦੀ ਜ਼ਰੂਰਤ ਹੁੰਦੀ ਹੈ, ਬਹੁਤ ਇਹੋ ਜਿਹੇ ਵਰਕ ਪਰਮਿਟ ਜਿੱਥੇ ਤੁਹਾਨੂੰ LMI ਦੀ ਜ਼ਰੂਰਤ ਵੀ ਨਹੀਂ ਹੈ, ਤੇ ਇਸ ਤੋਂ ਇਲਾਵਾ ਕਈ ਇਹੋ ਜਿਹੇ ਵੀ ਵਰਕ ਪਰਮਿਟ ਹੈ ਜਿੱਥੇ ਨਾ ਤੁਹਾਨੂੰ ਵਰਕ ਪਰਮਿਟ ਲੈਣ ਦੀ ਜ਼ਰੂਰਤ ਹੈ, ਫਿਰ ਵੀ ਤੁਸੀਂ ਕੰਮ ਕਰ ਸਕਦੇ ਹੋ ਔਰ ਬਿਨਾਂ LMI ਤੋਂ ਕੰਮ ਕਰ ਸਕਦੇ ਹੋ। ਸੋ ਡਿਪੈਂਡਿੰਗ ਅਪਨ ਤੁਹਾਡੀ ਸਿਚੁਏਸ਼ਨ ਕੀ ਹੈ, ਕੇਸ ਬਾਏ ਕੇਸ ਬੇਸਿਸ। ਇਸੇ ਕਰਕੇ ਅਸੀਂ ਜਦੋਂ ਕਿਸੇ ਨੂੰ ਅਸੈਸ ਕਰਦੇ ਹਾਂ, ਉਹ ਸਿਰਫ ਅਸੈਸਮੈਂਟ ਇੰਡੀਵਿਜੂਅਲ ਦੀ ਪਹਿਲਾਂ ਨੀਡ ਦੇਖ ਕੇ ਕਰੀ ਜਾਂਦੀ ਹੈ ਵੀ ਉਹ ਚਾਹੁੰਦੇ ਕੀ ਨੇ।
तो फिर किहड़े रस्ते अवेलेबल ने। नाउ जिहड़ी असैसमेंट ਉਹ फ्री ऑफ कॉस्ट है, वो फ्री ऑफ कॉस्ट ਅਸੀਂ ਇਸ ਲਈ ਰੱਖੀ ਹੋਈ ਹੈ ਤਾਂ ਕਿ ਅਸੀਂ ਫੇਅਰ ਅਸੈਸਮੈਂਟ ਵੱਧ ਤੋਂ ਵੱਧ ਇੰਡੀਵਿਜੂਅਲ ਦੀ ਕਰ ਸਕੀਏ। ਔਰ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈਗੀ ਆ ਵੀ ਕੋਈ ਵੀ ਇੰਡੀਵਿਜੂਅਲ ਜਿਹੜੀ ਸਾਡੇ ਤੋਂ ਅਸੈਸਮੈਂਟ ਕਰਾਉਂਦਾ ਅਸੀਂ ਹੀ ਦੱਸ ਦਿੰਦੇ ਹਾਂ ਵੀ ਤੁਸੀਂ ਕੁਆਲੀਫਾਈ ਨਹੀਂ ਕਰਦੇ ਜਾਂ ਤੁਹਾਨੂੰ ਇਸ ਵਜ੍ਹਾ ਕਰਕੇ ਕੁਆਲੀਫਾਈ ਨਹੀਂ ਕਰਦੇ, ਇਹ ਸ਼ਰਤ ਨੂੰ ਪਹਿਲਾਂ ਪੂਰਾ ਕਰਕੇ ਆਓ, ਫਿਰ ਦੁਬਾਰਾ ਸਾਡੇ ਆਫਿਸ ਆਇਓ, ਫਿਰ ਅਸੀਂ ਤੁਹਾਡੀ ਐਪਲੀਕੇਸ਼ਨ ਕਰਾਂਗੇ। ਨਾਓ ਜਿਹੜੀ ਉਹ ਸਿਲੈਕਸ਼ਨ ਹੈ ਗੁੱਡ ਐਪਲੀਕੇਸ਼ਨ ਬੈਡ ਐਪਲੀਕੇਸ਼ਨ ਦੀ, ਉਹ ਸਾਡੇ ਹੱਥ 'ਚ ਹੈ ਵੀ ਅਸੀਂ ਕਲਾਇੰਟ ਨੂੰ ਕਿਹੜੀ ਡਾਇਰੈਕਸ਼ਨ ਦੇਣੀ ਹੈ ਔਰ ਉਹ ਸਾਡੇ ਵੱਲੋਂ ਕਲਾਇੰਟ ਦਾ ਬੈਸਟ ਇੰਟਰਸਟ ਦੇਖ ਕੇ ਦਿੱਤੀ ਜਾਣੀ ਚਾਹੀਦੀ ਹੈ। ਔਰ ਰੂਲ ਵੀ ਇਹੀ ਕਹਿੰਦਾ। ਨਾਓ ਇੰਡੀਵਿਜੂਅਲ ਜਿਹੜੇ ਐਪਲੀਕੇਸ਼ਨ ਇੱਕ ਟੈਸਟ ਕਰਦੇ ਨੇ, ਜਿਵੇਂ ਕਿ ਤੁਸੀਂ ਕਿਹਾ ਸੀ ਵੀ ਵਿਜ਼ਿਟਰ ਪਹਿਲਾਂ ਜਾ ਕੇ ਦੇਖ ਲੈਂਦੇ ਆ, ਫਿਰ ਅਸੀਂ ਵਰਕ ਪਰਮਿਟ ਲੈ ਲਾਂਗੇ ਜਾਂ ਕੁਝ ਅਸੀਂ ਕਰ ਲਾਂਗੇ ਕੈਨੇਡਾ ਆ ਕੇ, ਉਹ ਇਹੋ ਜਿਹਾ ਟੈਸਟਿੰਗ ਨਾ ਕਰਨ। ਹਰੇਕ ਰਿਫਿਊਜ਼ਲ ਉਹਨਾਂ ਦੇ ਨੈਕਸਟ ਐਪਲੀਕੇਸ਼ਨ 'ਤੇ ਨੈਗੇਟਿਵ ਇੰਪੈਕਟ ਜ਼ਰੂਰ ਪਾਉਂਦੀ ਹੈ, ਕਿਉਂਕਿ ਖਾਸ ਕਰਕੇ ਜਿਹੜਾ 179 ਹੈ ਉਹ ਚਾਹੇ ਸਰਕਾਰ ਆਨਲਾਈਨ ਜਿਹੜੀ ਬਲਕ ਪ੍ਰੋਸੈਸਿੰਗ ਦੇ ਰਾਹੀਂ ਕਰੇ, ਉਹ 'ਚ ਜਿਹੜਾ ਡਿਸੀਜਨ ਹੈਗਾ ਉਹ ਕਲਾਇੰਟ ਦੇ ਅਗੇਂਸਟ ਜਾਂਦਾ ਕਿਉਂਕਿ ਉਹਨੂੰ ਬੜਾ ਰਿਜਿਡਲੀ ਅਪਲਾਈ ਕੀਤਾ ਜਾਂਦਾ ਜਿਹੜੇ ਪ੍ਰਾਇਰ ਰਿਫਿਊਜ਼ਡ ਕੇਸਿਸ ਨੇ। ਸੋ ਜੇ ਕੋਈ ਨਿਊ ਐਪਲੀਕੇਸ਼ਨ ਹੈ ਉਹ ਇੰਟੈਂਟ ਸਹੀ ਜ਼ਾਹਿਰ ਕੀਤਾ ਹੋਇਆ ਔਰ ਫਿਰ ਕਲਾਇੰਟ ਪ੍ਰਿਪੇਅਰਡ ਹੈ, ਜੇ ਉਹਨਾਂ ਦੀ ਐਪਲੀਕੇਸ਼ਨ ਵੀਜ਼ਾ ਆਫਿਸਰ ਨਜ਼ਰਅੰਦਾਜ਼ ਕਰ ਦਿੰਦਾ ਫਿਰ ਵੀ ਕਲਾਇੰਟ ਪ੍ਰਿਪੇਅਰਡ ਹੈ ਉਹ ਡਿਸੀਜਨ ਨੂੰ ਚੈਲੰਜ ਕਰਨ ਲਈ ਕੋਰਟ ਦੇ ਵਿੱਚ। ਉਹ ਬਿਲਕੁਲ ਕਰਨਾ ਚਾਹੀਦਾ ਜੇ ਕਲਾਇੰਟ ਸੈਟੀਸਫਾਈਡ ਨਹੀਂ ਵੀਜ਼ਾ ਆਫਿਸਰ ਦੇ ਡਿਸੀਜਨ ਤੋਂ। ਅੱਛਾ ਲਾਸਟ ਦੇ ਵਿੱਚ ਹੁਣ ਦੋ ਤਰੀਕੇ ਦੇ ਵਰਕ ਪਰਮਿਟਸ ਸੁਣਨ ਨੂੰ ਮਿਲਦੇ ਜੀ, ਇੱਕ ਸੁਣਨ ਨੂੰ ਮਿਲਦੇ ਕਿ ਆਈਲੈਟਸ ਦੇ ਨਾਲ ਤੇ ਇੱਕ ਵਿਦਆਊਟ ਆਈਲੈਟਸ, ਉਹਦੇ ਬਾਰੇ ਜਾਂਦੇ ਦੱਸ ਦਿਓ ਜੀ। ਬਿਲਕੁਲ, ਜਿਹੜੇ ਵਰਕ ਪਰਮਿਟ ਨੇ ਬਿਨਾਂ ਆਈਲੈਟਸ ਤੋਂ ਵੀ ਹੋ ਸਕਦੇ ਨੇ, ਉਹ ਡਿਪੈਂਡ ਕਰਦਾ ਇੰਪਲੋਇਰ ਦੀ ਪ੍ਰੀ ਰਿਕੁਆਇਜ਼ਟ ਕੀ ਹੈ। ਕੁਝ ਸਟਰੀਮਸ ਨੇ ਜਿਵੇਂ ਐਗਰੀਕਲਚਰ ਸਟਰੀਮ ਹੈ ਉਹ 'ਚ ਸਰਕਾਰ ਨੇ ਪਹਿਲੀ ਐਗਜ਼ੈਂਪਸ਼ਨ ਦਿੱਤੀ ਹੋਈ ਹੈ, ਬਟ ਜੇ ਤੁਹਾਡੇ ਕੋਲ ਕੋਈ ਸਪੈਸ਼ਲ ਕੇਸ ਹੈ ਤਾਂ ਫਿਰ ਤੁਸੀਂ ਆਫਿਸਰ ਜਿਹੜਾ ਸਰਵਿਸ ਕੈਨੇਡਾ ਆਫਿਸਰ ਹੈ ESDC ਡਿਪਾਰਟਮੈਂਟ ਜਿਹੜਾ ਇਹਨੂੰ ਡੀਲ ਕਰਦਾ, ਉਹਨੂੰ ਜੇ ਤੁਸੀਂ ਕਨਵਿੰਸ ਕਰ ਸਕਦੇ ਹੋ ਵੀ ਤੁਹਾਨੂੰ ਪਰਟੀਕੂਲਰ ਲੈਂਗੁਏਜ ਦਾ ਹੀ ਵਰਕਰ ਚਾਹੀਦਾ ਹੈਗਾ, ਕਿਸ ਪਰਪਸ ਲਈ ਚਾਹੀਦਾ, ਤਾਂ ਉਹ ਮੰਨ ਸਕਦੇ ਨੇ। ਤਾਂ ਉਹਦੀ ਜਿਹੜੀ ਲੈਂਗੁਏਜ ਰਿਕੁਆਇਰਮੈਂਟ ਉਹ ਚੇਂਜ ਹੋ ਸਕਦੀ ਹੈ। ਬਟ ਇਸ ਤੋਂ ਇਲਾਵਾ ਜਿਹੜੇ ਇੰਡੀਵਿਜੂਅਲ ਕੈਨੇਡਾ 'ਚ ਜਿਵੇਂ ਇੰਗਲਿਸ਼ ਕਰਕੇ ਵਰਕ ਪਰਮਿਟ ਲੈਣਾ ਚਾਹੁੰਦੇ ਨੇ, ਇੰਗਲਿਸ਼ ਜਾਂ ਫਰੈਂਚ, ਤਾਂ ਉਹਨਾਂ ਦੀ ਜਿਹੜੇ ਪ੍ਰੀ ਰਿਕੁਆਇਜ਼ਟ ਹੈ ਵੀ ਇੰਗਲਿਸ਼ ਦੀ ਲੈਵਲ ਜਿਹੜੀ ਪ੍ਰੋਫੀਸ਼ੀਐਂਸੀ ਦਾ ਲੈਵਲ ਉਹ ਕੀ ਚਾਹੀਦਾ, ਤਾਂ ਉਸ ਹਿਸਾਬ ਨਾਲ ਜਿਹੜਾ ਇੰਡੀਵਿਜੂਅਲ ਹੈ ਉਹ ਪਹਿਲਾਂ ਸ਼ਰਤ ਪੂਰੀ ਕਰੇ ਫਿਰ ਐਪਲੀਕੇਸ਼ਨ ਦਾਇਰ ਕਰੇ। ਨਾਓ ਇਹ ਡਿਪੈਂਡ ਕਰੂਗਾ ਕਿਸ ਆਕਿਊਪੇਸ਼ਨ ਤੇ ਕੈਨੇਡਾ ਦੇ ਵਿੱਚ ਦਾਖਲ ਹੋ ਰਿਹਾ ਔਰ ਕਿਸ ਪ੍ਰੋਵਿੰਸ ਦੇ ਵਿੱਚ ਦਾਖਲ ਹੋ ਰਿਹਾ। ਸੈਕੰਡ ਚੀਜ਼ ਦੇਖਣੀ ਹੁੰਦੀ ਹੈ ਵੀ ਕੀ ਲਾਇਸੈਂਸਿੰਗ ਰਿਕੁਆਇਰਮੈਂਟ ਹੈਗੀ ਹੈ ਜਾਂ ਲਾਇਸੈਂਸਿੰਗ ਰਿਕੁਆਇਰਮੈਂਟ ਇੰਡੀਵਿਜੂਅਲ ਦੀ ਨਹੀਂ ਹੈਗੀ ਹੈ। ਸੋ ਇਸ ਤੋਂ ਬਾਅਦ ਹੀ ਡਿਸੀਜਨ ਲਏ ਜਾਂਦੇ ਨੇ ਵੀ ਉਹਨਾਂ ਨੂੰ ਆਈਲੈਟਸ ਦਾ ਸਕੋਰ ਕਿੰਨਾ ਚਾਹੀਦਾ, ਉਹਨਾਂ ਨੂੰ ਕੋਲ ਮਿਨੀਮਮ ਐਕਸਪੀਰੀਅੰਸ ਕਿੰਨਾ ਹੋਣਾ ਚਾਹੀਦਾ, ਕੈਨੇਡਾ ਆਉਣ ਤੋਂ ਬਾਅਦ ਉਹ ਕਦੋਂ ਤੋਂ ਕੰਮ ਸ਼ੁਰੂ ਕਰ ਸਕਦੇ ਨੇ। ਉਹ ਇਹ ਨਹੀਂ ਹੈਗਾ ਵੀ ਜੇ ਕੋਈ ਟਰੱਕ ਡਰਾਈਵਰ ਕੈਨੇਡਾ 'ਚ ਦਾਖਲ ਹੋ ਗਿਆ ਤਾਂ ਨੈਕਸਟ ਡੇ ਟਰੱਕ ਜਿਹੜਾ ਸਟਾਰਟ ਕਰ ਦੇਗਾ। ਉਹ ਇੱਕ ਕੰਡੀਸ਼ਨਲ ਅਪਰੂਵਲ ਹੈ ਉਹਨਾਂ ਨੂੰ, ਉਸ ਤੋਂ ਬਾਅਦ ਉਹਨਾਂ ਨੂੰ ਜਿਵੇਂ ਲਾਇਸੈਂਸਿੰਗ ਦੀ ਰਿਕੁਆਇਰਮੈਂਟ ਹੁੰਦੀ ਹੈ। ਸੋ ਇਸੇ ਤਰ੍ਹਾਂ ਸਭ ਤੋਂ ਸੌਖਾ ਤਰੀਕਾ ਹੁੰਦਾ ਹੀ ਸਾਡੇ ਆਫਿਸ ਕਾਲ ਕਰਕੇ, ਕਿਉਂਕਿ ਐਡਵਾਈਸ ਸਾਰੀ ਮੁਫਤ ਹੈ ਔਰ ਐਨੀ ਟਾਈਮ ਕਾਲ ਕਰਕੇ, ਔਰ ਬਹੁਤ ਇੰਡੀਵਿਜੂਅਲ ਸਾਨੂੰ ਕਾਲ ਕਰਦੇ ਨੇ ਔਰ ਅਸੀਂ ਹੈਪੀਲੀ ਉਹਨਾਂ ਨੂੰ ਉਹਨਾਂ ਦੀ ਫ੍ਰੀ ਆਫ ਕਾਸਟ ਅਸੈਸਮੈਂਟ ਕਰਕੇ ਫੇਅਰ ਡਿਸੀਜਨ ਦਿੰਦੇ। ਤੁਹਾਡਾ ਬਹੁਤ ਧੰਨਵਾਦ ਖਹਿਰਾ ਸਾਹਿਬ, ਅੱਜ ਲਈ ਸਮਾਂ ਪੂਰਾ ਹੋ ਗਿਆ ਜੀ। ਨੈਕਸਟ ਟਾਈਮ ਕਿਸੇ ਹੋਰ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਜੀ। ਮੈਨੂੰ ਜੋਗਰਾਜ ਸਿੰਘ ਕਾਲੂ ਨੂੰ ਇੱਥੇ ਦਿਓ ਆ ਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।